Hello, hello learners. In today's video, we are going to discuss about how to write literature review regarding to your research problem. So let's begin the session. So मैं ਤੁਹਾਨੂੰ एग्जांपल देवांगी। सब तो पहला तुसी लिटरेचर रिव्यू लिखना होवे ਤਾਂ सब तो पहला ਤੁਸੀਂ ਜਿਹੜਾ ਵੀ ਤੁਹਾਡਾ ਆਰਟੀਕਲ ਆ ਜਰਨਲ ਹੋ ਸਕਦਾ ਮਤਲਬ ਰਿਸਰਚ ਆਰਟੀਕਲ ਆ ਤੁਸੀਂ ਗੂਗਲ ਸਕਾਲਰ ਤੋਂ ਅਰਿਕ ਤੋਂ ਜਿੱਥੋਂ ਵੀ ਤੁਸੀਂ ਫਾਈਂਡ ਕੀਤਾ ਤੁਸੀਂ ਉਹ ਪੇਪਰ ਨੂੰ ਪੜ੍ਹਨਾ। ਪੇਪਰ ਨੂੰ ਪੜ੍ਹਨ ਦੇ ਦੌਰਾਨ ਤੁਸੀਂ ਇੱਕ ਚੀਜ਼ਾਂ ਰੱਖਣੀ, ਤੁਸੀਂ ਕੀ ਚੀਜ਼ਾਂ ਨੋਟ ਕਰਨੀਆਂ। ਫਸਟ ਉਹਦਾ ਏਮ ਕੀ ਆ ਉਸ ਪੇਪਰ ਦਾ, ਉਹ ਤੁਸੀਂ ਲਿਖਣਾ, ਮਤਲਬ ਤੁਸੀਂ ਨੋਟ ਕਰ ਲੈਣਾ। ਉਸ ਤੋਂ ਬਾਅਦ ਤੁਸੀਂ ਦੇਖਣਾ ਉਹਨੇ ਕਿਹੜਾ ਸੈਂਪਲ ਸਾਈਜ਼ ਲਿਆ, ਕਿਹੜਾ ਰਿਸਰਚ ਮੈਥਡ ਲਾਇਆ, ਕੀ ਉਹਦੀਆਂ ਫਾਈਂਡਿੰਗਸ ਆਈਆਂ, ਕਿਹੜਾ ਉਹਨੇ ਸਟੈਟ ਲਗਾਇਆ, ਕਿਵੇਂ ਉਹਦੀਆਂ ਫਾਈਂਡਿੰਗਸ ਆਈਆਂ, ਉਹਦੇ ਰਿਜ਼ਲਟ ਕੀ ਆਏ ਆ, ਉਹ ਸਾਰੀਆਂ ਚੀਜ਼ਾਂ ਤੁਸੀਂ ਨੋਟ ਕਰ ਲੈਣੀਆਂ। ਉਸ ਤੋਂ ਬਾਅਦ ਤੁਸੀਂ ਇਹਨੂੰ ਆਪਣੀ ਵਰਡਿੰਗ ਦੇ ਵਿੱਚ ਲਿਖਣਾ। ਫਸਟ ਦਾ ਆਥਰ ਦਾ, ਜੇਕਰ ਇੱਕ ਆਥਰ ਆ ਤਾਂ ਉਹਦਾ ਸਰਨੇਮ ਲਿਖੋਗੇ। ਉਸ ਤੋਂ ਬਾਅਦ ਬ੍ਰੈਕਟ ਸਟਾਰਟ ਕਰੋਗੇ, ਉਹਦਾ ਈਅਰ ਲਿਖੋਗੇ। ਉਸ ਤੋਂ ਬਾਅਦ ਤੁਹਾਡੀ ਵਰਡਿੰਗ ਕੀ ਹੋਣੀ ਚਾਹੀਦੀ, ਏਮਡ ਟੂ, ਇਹ ਤੁਸੀਂ ਪਾਸਟ ਵਿੱਚ ਲਿਖੋਗੇ। ਜਿਹੜਾ ਰਿਵਿਊ ਆਫ ਰਿਲੇਟਡ ਲਿਟਰੇਚਰ ਤੁਸੀਂ ਪਾਸਟ ਵਿੱਚ ਲਿਖੋਗੇ। ਏਮ ਟੂ ਇਨਵੈਸਟੀਗੇਟ ਦਾ ਇਫੈਕਟ ਆਫ ਦਾ ਫਲਿਪਡ ਕਲਾਸਰੂਮ ਔਨ ਦਾ ਕ੍ਰੀਏਟਿਵ ਥਿੰਕਿੰਗ ਆਫ ਹਾਇਰ ਐਜੂਕੇਸ਼ਨ ਸਟੂਡੈਂਟ, ਇਹ ਮੈਂ ਲਿਖਤਾ, ਏਮ ਲਿਖਤਾ। ਉਸ ਤੋਂ ਬਾਅਦ ਮੈਂ ਲਿਖੂੰਗੀ ਕਿ ਇਸਨੇ ਜਿਹੜਾ ਇਹ ਆਰਟੀਕਲ ਆ ਇਹਦੇ ਵਿੱਚ ਕਿਹੜਾ ਰਿਸਰਚ ਮੈਥਡ ਲੱਗਿਆ। ਦਿਸ ਰਿਸਰਚ ਕੰਪਰਾਈਜ਼ਡ ਆਫ ਕੁਆਜ਼ੀ ਐਕਸਪੈਰੀਮੈਂਟਲ ਡਿਜ਼ਾਈਨ ਐਂਡ ਕੁਆਲੀਟੇਟਿਵ ਅਪਰੋਚ। ਫਿਰ ਮੈਂ ਉਹਦਾ ਸੈਂਪਲ ਸਾਈਜ਼ ਵੀ ਲਿਖੂੰਗੀ, ਸੈਂਪਲ ਸਾਈਜ਼ ਲਿਖਣਾ। ਉਸ ਤੋਂ ਬਾਅਦ ਤੁਸੀਂ ਕਿਹੜਾ ਸਟੈਟ ਲਗਾਇਆ ਉਹਨਾਂ ਨੇ ਉਹ ਲਿਖਣਾ। ਫਿਰ ਤੁਸੀਂ ਰਿਜ਼ਲਟ ਲਿਖਣੇ ਆ। ਦਾ ਰਿਜ਼ਲਟ ਰਿਵੀਲਡ ਦੈਟ ਫਲਿਪਡ ਕਲਾਸਰੂਮ ਪ੍ਰਮੋਟਡ, ਉਹਦੇ ਜਿਹੜਾ ਰਿਜ਼ਲਟ ਆ ਉਹਨੂੰ ਕੰਬਾਈਨ ਕਰਕੇ ਲਿਖਣਾ। ਇੱਕ ਹੋਰ ਐਗਜ਼ਾਮਪਲ ਲੈਂਦੇ ਹਾਂ ਆਪਾਂ। ਜੇ ਤੁਹਾਡੇ ਕੋਲ 3 ਆਥਰਸ ਆ, ਤੁਸੀਂ ਕਿਵੇਂ ਲਿਖੋਗੇ। ਫਸਟ ਦਾ ਸਰਨੇਮ ਲਿਖਣਾ, ਲਾਸਟ ਨੇਮ, ਦੈਨ ਕੋਮਾ, ਸੈਕਿੰਡ ਦਾ ਐਂਡ ਤੁਸੀਂ ਇਹ ਵਾਲਾ ਪਾਉਣਾ, ਸਿੰਬਲ ਨਹੀਂ ਪਾਉਣਾ ਐਂਡ ਦਾ, ਪੂਰਾ ਤੁਸੀਂ ਐਂਡ ਟਾਈਪ ਕਰਨਾ। ਦੈਨ ਲਾਸਟ ਆਥਰ ਦਾ ਸਰਨੇਮ। ਤਾਂ 3 ਆਥਰਸ ਨੂੰ ਤੁਸੀਂ ਇਸ ਤਰ੍ਹਾਂ ਲਿਖੋਗੇ, ਬ੍ਰੈਕਟ ਸਟਾਰਟ ਈਅਰ, ਦੈਨ ਬ੍ਰੈਕਟ ਕਲੋਜ਼। ਉਸ ਤੋਂ ਬਾਅਦ ਤੁਸੀਂ ਐਗਜ਼ਾਮਿਨਡ, ਜਿਹੜਾ ਉੱਪਰ 'ਤੇ ਲਿਖਿਆ ਸੀ ਕੰਡਕਟਡ ਲਿਖ ਸਕਦੇ ਹੋ, ਫਾਈਂਡਡ, ਏਮਡ, ਐਗਜ਼ਾਮਿਨਡ। ਦੈਨ ਇਹ ਤੁਸੀਂ ਡਿਫਰੈਂਟ ਵਰਡਸ ਜਿਹੜੇ ਯੂਜ਼ ਕਰਨੇ ਆ। ਐਗਜ਼ਾਮਿਨਡ, ਸਟੱਡੀਡ, ਐਕਸਪਲੋਰਡ, ਕੰਡਕਟਡ। ਤਾਂ ਤੁਸੀਂ ਆਪਾਂ ਇੱਕ ਐਗਜ਼ਾਮਪਲ ਦੇਖਾਂਗੇ। ਕੰਡਕਟਡ ਏ ਕੁਆਜ਼ੀ, 4 ਆਥਰਸ ਆਪਣੇ ਕੋਲ, 4 ਆਥਰਸ ਨੂੰ ਇੱਦਾਂ ਲਿਖਣਾ। ਕੰਡਕਟਡ ਏ ਕੁਆਜ਼ੀ ਐਕਸਪੈਰੀਮੈਂਟਲ ਸਟੱਡੀਜ਼ ਔਨ ਸਟੂਡੈਂਟਸ, ਕਿਹੜੇ ਸਟੂਡੈਂਟਸ 'ਤੇ ਕੀਤੀ ਆ ਉਹਨੇ ਉਹ ਲਿਖਤਾ ਆਪਾਂ। ਕੀ ਉਹਨਾਂ ਦਾ ਏਮ ਸੀ ਉਹ ਲਿਖਿਆ। ਦੈਨ ਸਟੂਡੈਂਟਸ ਪਰਸੈਪਸ਼ਨ ਉਹਨਾਂ ਨੇ ਚੈੱਕ ਕੀਤੀਆਂ ਸੀ ਕੁਐਸ਼ਚਨਈਅਰ ਦੀ ਸਹਾਇਤਾ ਨਾਲ। ਦੈਨ ਰਿਜ਼ਲਟ ਸ਼ੋਡ ਦੈਟ ਫਾਈਂਡਿੰਗਸ ਰਿਵੀਲਡ ਦੈਟ the findings of the study revealed that the result showed that the research finded that। ਇਸ ਤਰ੍ਹਾਂ ਤੁਸੀਂ ਲਾਈਨਸ ਆ ਡਿਫਰੈਂਟ ਉਹਨਾਂ 'ਚ ਲਿਖ ਸਕਦੇ ਹੋ। ਰਿਜ਼ਲਟ ਸ਼ੋਡ ਦੈਟ ਸਟੂਡੈਂਟਸ, ਆਪਾਂ ਐਂਡ 'ਤੇ ਕੀ ਲਿਖਦੇ ਉਹਦੇ ਰਿਜ਼ਲਟ ਲਿਖਦੇ। ਉਸ ਤੋਂ ਬਾਅਦ ਤੁਸੀਂ ਸਾਰਾ ਲਿਟਰੇਚਰ ਲਿਖ ਲਿਆ। ਜਿਵੇਂ ਤੁਸੀਂ ਇਹਨੂੰ ਲਿਖ ਸਕਦੇ ਹੋ, ਜਾਂ ਤਾਂ ਤੁਸੀਂ 2015 ਦਾ ਜਿਹੜਾ ਸਭ ਤੋਂ ਪਹਿਲਾਂ ਵਾਲਾ 2015 ਨੂੰ ਪਹਿਲਾਂ ਲਿਖ ਸਕਦੇ ਹੋ। ਡਿਸੈਂਡਿੰਗ ਅਤੇ ਅਸੈਂਡਿੰਗ ਆਰਡਰ ਦੋਨੇ ਰੱਖ ਸਕਦੇ ਹੋ। 2015 ਵਾਲਾ ਪਹਿਲਾਂ ਲਿਖ ਸਕਦੇ ਹੋ, ਫਿਰ 16 ਵਾਲਾ, 17 ਵਾਲਾ, 18 ਵਾਲਾ ਐਂਡ 'ਤੇ 2020 ਵਾਲਾ ਇੱਦਾਂ ਲਿਖ ਸਕਦੇ ਹੋ। ਜਾਂ ਤੁਸੀਂ ਲਿਖ ਸਕਦੇ ਹੋ 2020 ਵਾਲਾ ਉੱਪਰ ਲਿਖ ਸਕਦੇ ਹੋ, ਫਿਰ 2019 ਵਾਲੀਆਂ ਰਿਸਰਚ ਇੱਦਾਂ ਵੀ ਲਿਖ ਸਕਦੇ ਹੋ। ਅਸੈਂਡਿੰਗ ਅਤੇ ਡਿਸੈਂਡਿੰਗ ਆਰਡਰ ਦੋਨੇ ਰੱਖ ਸਕਦੇ ਹੋ। ਮੈਂ ਇੱਥੇ 2000 ਪਹਿਲਾਂ ਵਾਲੀਆਂ ਜਿਹੜੀਆਂ ਪ੍ਰੀਵੀਅਸ ਪਹਿਲਾਂ ਵਾਲੇ ਈਅਰ ਵਾਲੀਆਂ ਸਟੱਡੀਜ਼ ਉਹ ਮੈਂ ਪਹਿਲਾਂ ਲਿਖੀਆਂ। ਦੈਨ ਉਸ ਤੋਂ ਬਾਅਦ ਜਿਹੜੀਆਂ ਰੀਸੈਂਟ ਉਹ ਮੈਂ ਬਾਅਦ ਵਿੱਚ ਲਿਖੀਆਂ। ਤੁਸੀਂ ਇੱਦਾਂ ਵੀ ਫੋਲੋ ਕਰ ਸਕਦੇ ਹੋ। ਤਾਂ ਉਸ ਤੋਂ ਬਾਅਦ ਤੁਸੀਂ ਸਭ ਤੋਂ ਪਹਿਲਾਂ ਇੰਟਰੋਡਕਸ਼ਨ ਲਿਖੋਗੇ। ਇੰਟਰੋਡਕਸ਼ਨ ਦੇ ਵਿੱਚ ਤੁਸੀਂ ਜਿਹੜੀਆਂ ਮੈਂ ਤੁਹਾਨੂੰ ਇਨ ਟੈਕਸਟ ਰੈਫਰੈਂਸ ਦੱਸੀਆਂ ਸੀ ਉਹ ਇੱਦਾਂ ਲਿਖੀਆਂ ਜਾਂਦੀਆਂ।
ਮੇਨ ਟੈਕਸਟ ਰੈਫਰੈਂਸ ਲਿਖੀ ਹੋਈ ਆ। ਉਸ ਤੋਂ ਬਾਅਦ ਤੁਸੀਂ ਜਿਹੜੀ ਥਿਓਰੈਟੀਕਲ ਬੈਕਗਰਾਊਂਡ ਆ, ਜਿਹੜਾ ਵੀ ਤੁਹਾਡਾ ਟੌਪਿਕ ਆ ਉਹਦੇ ਰਿਗਾਰਡਿੰਗ ਲਿਖ ਸਕਦੇ ਹੋ, ਉਹ ਤੁਸੀਂ ਲਿਖਣਾ। ਵੇਰੀਏਬਲਸ ਲਿਖਣੇ ਆ, ਵੇਰੀਏਬਲਸ ਨੂੰ ਡਿਫਾਈਨ ਕਰਨਾ, ਉਹਨਾਂ ਦੀ ਡੈਫੀਨੇਸ਼ਨਸ ਲਿਖਣੀਆਂ। ਉਸ ਤੋਂ ਬਾਅਦ ਤੁਸੀਂ ਲਿਟਰੇਚਰ ਰਿਵਿਊ ਲਿਖਣਾ। ਲਿਟਰੇਚਰ ਰਿਵਿਊ ਲਿਖਣ ਤੋਂ ਬਾਅਦ ਐਂਡ 'ਤੇ ਤੁਸੀਂ ਸਮਰੀ ਲਿਖਣੀ ਆ ਲਿਟਰੇਚਰ ਰਿਵਿਊ ਦੀ। ਲਿਟਰੇਚਰ ਰਿਵਿਊ ਸਮਰੀ ਦੇ ਵਿੱਚ ਤੁਸੀਂ ਇੱਕ ਸਮਰੀ ਬਣਾਉਣੀ ਆ, ਜਿਹਦੇ ਵਿੱਚ ਤੁਸੀਂ ਡਿਫਰੈਂਟ ਜਿੰਨੀਆਂ ਵੀ ਤੁਸੀਂ ਸਟੱਡੀਜ਼ ਉੱਪਰ ਲਿਖੀਆਂ, ਉਹਨਾਂ ਦੇ ਵਿੱਚੋਂ ਜਿਨ੍ਹਾਂ ਨੇ ਸੇਮ ਚੀਜ਼ ਕਹੀ ਹੈ, ਜਿਨ੍ਹਾਂ ਦੀਆਂ ਫਾਈਂਡਿੰਗ ਸੇਮ ਆ, ਉਹਨਾਂ ਨੂੰ ਤੁਸੀਂ ਇਕੱਠੇ ਕਰਨਾ। ਦ ਸਟੱਡੀ ਕੰਡਕਟਡ ਬਾਏ ਆਥਰ, ਜਿਹਨੇ ਕਿਹਾ ਸੀ ਕੌਮਾ ਪਹਿਲੀ ਸਟੱਡੀ, ਕੌਮਾ ਦੂਸਰੀ ਸਟੱਡੀ, ਕੌਮਾ ਤੀਸਰੀ ਸਟੱਡੀ, ਕੌਮਾ ਚੌਥੀ ਸਟੱਡੀ, 5th 6th। ਇਹਨਾਂ ਸਾਰਿਆਂ ਨੂੰ ਇਕੱਠਾ ਤੁਸੀਂ ਲਿਖ ਕੇ ਰਿਪੋਰਟਡ ਦੈਟ ਸਟੂਡੈਂਟਸ had a high level of academic achievement through the flipped model of instruction as compared to traditional method। ਮਤਲਬ ਇਹਨਾਂ ਸਾਰਿਆਂ ਨੇ ਜਿਹੜੇ 6 ਆਥਰਸ ਉੱਪਰ ਲਿਸਟ ਕੀਤੇ ਆਪਾਂ, ਇਹਨਾਂ ਨੇ ਸੇਮ ਚੀਜ਼ ਰਿਪੋਰਟ ਕੀਤੀ, ਇਹਨਾਂ ਨੂੰ ਆਪਾਂ ਇੱਦਾਂ ਲਿਖਤਾ। ਦੈਨ ਜਿਹੜੇ ਇਹਨਾਂ ਨੇ ਜਿਹੜਾ ਮਤਲਬ ਨੈਕਸਟ ਲਾਈਨ ਦੇ ਵਿੱਚ ਆਥਰ ਨੇ ਜੋ ਚੀਜ਼ ਕਹੀ ਇਹਦੀ ਕਿਸੇ ਨਾਲ ਮੈਚ ਨਹੀਂ ਕਰਦੀ, ਉਹਨੂੰ ਆਪਾਂ ਇਕੱਲੇ ਨੂੰ ਲਿਖਤਾ। ਦੈਨ ਇੱਦਾਂ ਹੀ ਤੁਸੀਂ ਸਾਰੀਆਂ ਜਿੰਨੀਆਂ ਵੀ ਤੁਸੀਂ ਉੱਪਰ ਲਿਖੀਆਂ ਸਟੱਡੀਜ਼, ਉਹਨਾਂ ਨੂੰ ਕੰਬਾਈਨ ਕਰਕੇ ਤੁਸੀਂ ਪੈਰਾਗ੍ਰਾਫ ਬਣਨਾ। ਐਂਡ 'ਤੇ ਲਿਖਣਾ the thorough analysis of the literature stated that need for further research to better evaluate the flipped classroom in terms of students engagement and achievement motivation। ਇਹ ਤੁਸੀਂ ਲਿਖਣਾ। ਨੈਕਸਟ ਤੁਸੀਂ ਸਿਗਨੀਫਿਕੈਂਸ ਆਫ ਦਾ ਸਟੱਡੀ ਲਿਖੋਗੇ। ਸਟੇਟਮੈਂਟ ਆਫ ਦਾ ਪ੍ਰੋਬਲਮ ਲਿਖੋਗੇ। ਸਟੇਟਮੈਂਟ ਆਫ ਦਾ ਪ੍ਰੋਬਲਮ ਕੈਪੀਟਲ ਵਿੱਚ ਲਿਖਣੀ ਆ। ਆਪਰੇਸ਼ਨਲ ਡੈਫੀਨੇਸ਼ਨਸ ਜ਼ਰੂਰ ਲਿਖਣੀਆਂ। ऑब्जेक्टिव्स ऑफ द स्टडी आउणगे, फिर हाइपोथेसिस ऑफ द स्टडी आउणगे, फिर डीलिमिटेशनस आउणगियां, फिर मैथड एंड प्रोसीजर आएगा, किहड़ा तुसीं मैथड लगा रहे हो। प्रोसीजर फॉर डाटा कलैक्शन, रिसर्च टूल्स किहड़े तुसीं लगाओगे, स्टैटिस्टिकल टैक्नीक किहड़ियां यूज़ करोगे, एंड ते तुहाड़ियां रैफरेंसिस आउणगियां। ये सारा फॉर्मेट आ सिनॉप्सिस नूं लिखण दा। तुसीं इदां ही सिनॉप्सिस नूं लिखना। फस्ट मैं दोबारा रिवाइज कर दिंदी हां। introduction about different variables, then review of related literature, summary of the related literature, significance of the study, statement of the problem, operational definition of key terms, objectives of the study, hypothesis of the study, delimitations of the study, method and procedure, research method, research variable structure, population, sample, design, procedure for data collection, research tools to be used and developed, statistical technique to be used, and anti-references. So thank you for watching the video.